ਕਾਲਾ ਰੰਗ ਵੀ ਬੜਾ ਮੈਨੂੰ ਪਸੰਦ ਹੈ। ਮੱਝਾਂ ਵੀ ਕਾਲੀਆਂ ਦਿਲ ਨੂੰ ਰਾਜੀ ਕਰ ਐਨ ਲੱਗਦਾ। ਕਾਲੀਆਂ ਮੱਝਾਂ ਨਹੀਂ, ਕਾਲਾ ਸੋਨਾ ਹੈ। ਲੋਕੀ ਕਹਿੰਦੇ ਨੇ ਕਾਲੀਆਂ ਮੁਰਗੀਆਂ ਸੋਨਾ ਹੁੰਦੀਆਂ, ਮੈਂ ਤੇ ਆਣਾ ਮੱਝਾਂ ਹੀ ਸੋਨਾ ਨੇ। ਲਾ ਵੀ ਕਾਲੀ ਤੇ ਲੈਲਾ ਵੀ ਬੜੀ ਸੋਹਣੀ ਸੀ ਤੇ ਮਜਨੂ ਨੂੰ ਲੈਲਾ ਨਾਲ ਬਹੁਤ ਪਿਆਰ ਸੀ। ਇਸ ਤਰ੍ਹਾਂ ਮੈਨੂੰ ਇਹ ਮੱਝਾਂ ਕਾਲੀਆਂ ਨੇ ਇਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਹੈ ਦਿਲੋਂ। ਇਹ ਸਾਡਾ ਜੱਦੀ ਪੁਸ਼ਤੀ ਕਾਰੋਬਾਰ ਹੈ। ਸਾਡੇ ਤਕਰੀਬਨ ਲਗਭਗ 100 ਜਾਨਵਰ ਨੇ ਸਾਡੇ ਰੇ ਤੇ ਜੀ। ਸਾਡੀ ਹੁਣ ਦੁੱਧ ਦੀ ਐਵਰੇਜ 7 ਮਣ ਦੇ ਅੱਗੇ ਪਿੱਛੇ। ਜਿਸ ਟਾਈਮ ਚੰਗੇ ਦਿਨ ਹੁੰਦੇ ਨੇ, ਮਤਲਬ ਮੌਸਮ ਅੱਛਾ ਹੋ ਜਾਂਦਾ, ਉਦੋਂ 9 ਮਣ ਵੀ ਕ੍ਰਾਸ ਕਰ ਜਾਂਦੇ ਨੇ। ਜਿਹੜੇ ਲੋਕੀ ਇਹ ਕਾਰੋਬਾਰ ਨੂੰ ਕਾਰੋਬਾਰ ਨਹੀਂ ਸਹੀ ਸਮਝਦੇ, ਮੈਂ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਦੱਸਣਾ ਚਾਹੁੰਦਾ ਵਾ। ਹੁਣ ਸਾਡੀ ਤਕਰੀਬਨ ਇਨਕਮ ਹੈ 7 ਲੱਖ ਦੇ ਲਗਭਗ। ਜਿਸ ਟਾਈਮ ਮੌਸਮ ਅੱਛਾ ਹੋ ਜਾਂਦਾ, ਜਾਨਵਰਾਂ ਦੀ ਐਵਰੇਜ ਅੱਛੀ ਹੋ ਜਾਂਦੀ ਹੈ, ਉਦੋਂ ਸਾਡੀ ਲਗਭਗ ਤਕਰੀਬਨ 9 ਲੱਖ ਵੀ ਕ੍ਰਾਸ ਕਰ ਜਾਂਦੀ ਹੈ ਇਨਕਮ ਜਾਨਵਰਾਂ ਦੀ ਦੁੱਧ ਦੀ। अस्सलाम वालेकुम। ਵਾਲੇਕੁਮ अस्सलाम। भाईजान की हाल है ਤੁਹਾਡਾ? ਜੀ ਅੱਲਾ ਦਾ ਸ਼ੁਕਰ, ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ? ਅੱਲਾ ਦਾ ਸ਼ੁਕਰ ਹੈ। ਕਿਹੜੀ ਜਗ੍ਹਾ ਤੋਂ ਤੁਸੀਂ ਇਸ ਟਾਈਮ ਜਨਾਬ ਬੈਠੇ ਹੋ? ਅਸੀਂ ਮਦਰਸਾ ਚੱਠਾ ਨੀਅਰ ਅਲੀਪੁਰ ਚੱਠਾ। ਅਲੀਪੁਰ ਚੱਠਾ ਦੇ ਕੋਲ ਮਦਰਸਾ ਚੱਠਾ ਪਿੰਡ ਹੈ। ਠੀਕ ਹੋ ਗਿਆ। ਹਾਂਜੀ ਮਾਸ਼ਾਅੱਲਾ। ਕਿੰਨੇ ਜਾਨਵਰ ਨੇ ਤੁਹਾਡੇ ਕੋਲ? ਸਾਡੇ ਕੋਲ ਹੈ ਜੇ 85 90 ਤੱਕ। ਠੀਕ ਹੈ। ਛੋਟੇ ਵੱਡੇ ਲਾ ਕੇ ਛੋਟੇ ਵੱਡੇ ਲਾ ਕੇ 90 ਤੱਕ ਬਣ ਜਾਂਦੇ। ਹਾਂਜੀ ਸਹੀ ਹੋ ਗਿਆ। ਕਿੰਨੀ ਦੇਰ ਤੋਂ ਫਾਰਮਿੰਗ ਕਰਦੇ ਹੋ ਪਏ? ਇਹ ਸਾਡੇ ਪਿਓ ਦਾਦੇ ਪੜਦਾਦੇ ਪਿੱਛੋਂ ਨਸਲ ਦਰ ਨਸਲ ਚੱਲ ਰਿਹਾ। ਸਹੀ ਹੋ ਗਿਆ। ਕਿਸ ਤਰ੍ਹਾਂ ਦਾ ਕੰਮ ਸਮਝਦੇ ਹੋ ਫਾਰਮਿੰਗ ਦੇ ਕੰਮ ਨੂੰ? ਇਹ ਬੜਾ ਬਿਹਤਰੀਨ ਕੰਮ ਹੈ ਕਾਰੋਬਾਰੀ ਲਿਹਾਜ਼ ਨਾਲ। ਜੇ ਕਾਰੋਬਾਰ ਸਮਝ ਕੇ ਕਰੋ, ਜੇ ਕਰਨਾ ਹੈ ਤੇ ਬਿਹਤਰ ਕਰੋ, ਨਹੀਂ ਤੇ ਨਾ ਕਰੋ। ਜ਼ਬਰਦਸਤ, ਬਿਲਕੁਲ ਸਹੀ ਹੋ ਗਿਆ। ਅੱਛਾ ਅਸਦ ਭਈਆ ਦੱਸੋ ਕਿ ਇਸ ਟਾਈਮ ਤੁਹਾਡੇ ਕੋਲ ਇਸ ਡੇਰੇ ਤੇ ਜਿਹੜੀਆਂ ਮੱਝਾਂ ਨੇ ਹਾਲੀ ਉਹ ਕਿੰਨੀਆਂ ਨੇ? ਉਹ ਨੇ 21 22 ਹੈ ਨੇ ਲਿਆਰੀਆਂ ਜਿਹੜੀਆਂ ਦੁੱਧ ਦੇਣ ਵਾਲੀਆਂ। ਹਾਂਜੀ। ਵੈਸੇ ਟੋਟਲ ਤਾਦਾਦ ਕਿੰਨੀ ਹੈ ਫੀਮੇਲ? ਇਹਨਾਂ ਦੀ ਹੈ ਜੇ ਕੋਈ 60 65 ਮੱਝਾਂ ਹੈ ਨੇ। ਠੀਕ ਹੈ। ਹਾਂਜੀ। ਤੇ ਬਾਕੀ ਜਿਹੜੀਆਂ ਤਾਜ਼ੀਆਂ ਨੇ ਉਹ 21 22 ਤੋਂ ਦੱਸਿਆ। ਹਾਂਜੀ ਫਰੈਸ਼ ਜਿਹੜਾ ਦੁੱਧ ਦਿੰਦੀਆਂ ਨੇ। ਠੀਕ ਹੈ। ਔਰ ਜਿਹੜੀਆਂ ਦੂਸਰੀਆਂ ਵੀ ਤਾਂ ਦੁੱਧ ਦਿੰਦੀਆਂ ਹੋਣਗੀਆਂ, ਜਿਹੜੀਆਂ ਥੋੜਾ ਲੇਟ ਹੋ ਗਈਆਂ ਨੇ, ਯਾਨੀ 4-5 ਜਿਹੜੀ ਹੋਏ ਉਹ ਛੱਡ ਦਿੰਦੀਆਂ ਨੇ ਵੇਲੇ ਨਾਲ ਹੀ। ਅੱਛਾ। ਹਾਂਜੀ। ਕਿੰਨੀ ਕੁ ਦੇਰ ਤੱਕ ਤੁਹਾਡੀ ਮੱਝ ਦੁੱਧ ਦਿੰਦੀ ਰਹਿੰਦੀ ਹੈ? ਤਕਰੀਬਨ 8-9 ਮਹੀਨੇ। 8-9 ਮਹੀਨੇ ਦੁੱਧ ਦਿੰਦੀ ਰਹਿੰਦੀ ਹੈ। ਹਾਂਜੀ ਜਿਹੜਾ ਸਹੀ ਬਿਹਤਰੀਨ ਦਿੰਦੀ ਹੈ, ਫਿਰ ਬਾਅਦ ਉਹ ਤੰਗ ਕਰਦੀ ਹੈ, ਛੱਡ ਦੇਈਦਾ। ਸੂਏ ਤੋਂ ਕਿੰਨੇ ਮਹੀਨੇ ਪਹਿਲੇ ਛੱਡਦੇ ਹੋ? ਸੂਣ ਤੋਂ ਜੀ। ਸੂਣ ਤੋਂ ਤਕਰੀਬਨ 3 ਮਹੀਨੇ ਪਹਿਲਾਂ ਛੱਡ ਦਿੰਦੀ ਹੈ। ਸਹੀ ਹੋ ਗਿਆ। ਹਾਂਜੀ। ਤੇ ਉਂਝ ਮੱਝ ਦੀ ਕਿੰਨੀ ਕਲਾਮ ਹੈ, ਯਾਨੀ ਕਿੰਨੀ ਦੇਰ ਤੱਕ ਦੁੱਧ ਦਿੰਦੀ ਰਹਿੰਦੀ ਹੈ? ਮੱਝ ਭਾਵੇਂ ਸਾਰਾ ਸੁਬਾਹ ਉਹਨਾਂ ਕੋਲ ਦੁੱਧ ਲੈ ਲਓ, ਪਰ ਫਿਰ ਅੱਗੋਂ ਫਿਰ ਦੁੱਧ ਦਾ ਹਿਸਾਬ ਐਵਰੇਜ ਨਹੀਂ ਨਾ ਹੁੰਦੀ। ਅੱਛਾ। ਹਾਂਜੀ ਇਸ ਵਾਸਤੇ ਪਹਿਲੋਂ ਨਾਲੇ ਤੇ ਡੰਗਰ ਸੌਖਾ ਹੋ ਜਾਂਦਾ, ਦੁੱਧ ਦੀ ਐਵਰੇਜ ਅੱਛੀ ਆ ਜਾਂਦੀ ਹੈ। ਠੀਕ ਹੈ। ਬਿਹਤਰ ਹੈ, ਯਾਨੀ ਕਿ ਪਹਿਲੇ ਛੱਡਣਾ ਬਿਹਤਰ ਹੈ। ਹਾਂਜੀ। ਅੱਛਾ ਅਸਦ ਭਈਆ ਦੱਸੋ ਕਿ ਤੁਹਾਡਾ ਇਸ ਟਾਈਮ ਸਾਰੇ ਜਾਨਵਰਾਂ ਦਾ ਜਿਹੜੀਆਂ ਤਾਜ਼ੀ ਮੱਝਾਂ ਨੇ ਉਹ ਵੀ, ਔਰ ਜਿਹੜੀ ਦੂਸਰੀਆਂ ਮੱਝਾਂ ਨੇ ਉਹਨਾਂ ਸਾਰਿਆਂ ਦਾ ਦੁੱਧ ਪਾ ਕੇ, ਕੁਝ ਗਾਈਆਂ ਵੀ ਹਨ ਨਾਲ? ਹਾਂਜੀ ਬਿਲਕੁਲ ਹੈ। ਕਿੰਨੀਆਂ ਗਾਈਆਂ ਨੇ? ਗਾਵਾਂ ਹਨ 7 ਗਾਵਾਂ ਨੇ। 7 ਗਾਵਾਂ ਦਾ ਵੀ ਮਿਲਾ ਲਈਏ ਤੇ ਇਸ ਟਾਈਮ ਡੇਰੇ ਦਾ ਕਿੰਨਾ ਦੁੱਧ ਹੋ ਰਿਹਾ? ਹੋ ਰਿਹਾ ਜੇ 270 80 90 ਤੱਕ। ਉਹ ਫਿਰ ਐਵਰੇਜ ਦਾ ਇੱਕੋ ਜੀ ਨਹੀਂ ਨਾ ਰਹਿੰਦੀ, ਕਦੀ ਵੱਧ ਹੋ ਗਿਆ ਕਦੀ ਘੱਟ ਹੋ ਗਿਆ। ਯਾਨੀ ਤੁਹਾਨੂੰ ਦੱਸਿਆ ਕਿ 270 80 90 ਤੱਕ ਮਤਲਬ ਜਿਹੜਾ ਕਦੀ ਵੱਧ ਗਿਆ ਹਰ ਡੰਗਰ ਦਾ, ਕਦੀ ਘਟ ਗਿਆ। ਠੀਕ ਹੈ। ਹਾਂਜੀ। ਯਾਨੀ ਨਾਜ਼ਰੀਨ ਨੂੰ ਅਸੀਂ ਇਹ ਦੱਸ ਰਹੇ ਹਾਂ ਕਿ ਤੁਹਾਡੇ ਡੇਰੇ ਦਾ ਇਸ ਟਾਈਮ 270 ਜਾਂ 290 90 ਦੇ ਦਰਮਿਆਨ 70 ਤੋਂ 90 ਦੇ ਦਰਮਿਆਨ ਦੁੱਧ ਹੁੰਦਾ ਹੈ ਲੀਟਰ। ਬਿਲਕੁਲ। ਇਹ ਕਿੰਨੇ ਮਣ ਬਣ ਗਿਆ? ਇਹ ਬਣ ਜਾਂਦਾ 7 ਮਣ। 7 ਮਣ ਬਣ ਗਿਆ। ਹਾਂਜੀ। ਤੇ ਜਦੋਂ ਤੁਹਾਡੀਆਂ ਮੱਝਾਂ ਸਾਰੀਆਂ ਹੀ ਆਪਣੀ ਲੈਬ ਵਿੱਚ ਹੁੰਦੀਆਂ ਨੇ, ਸੂਏ ਤਾਜ਼ੇ ਹੁੰਦੇ ਨੇ, ਫਿਰ ਕੀ ਸੂਰਤ ਹਾਲ ਹੁੰਦੀ ਹੈ? ਲੇਕਿਨ ਹੁਣ ਮੌਸਮ ਐਂ ਦਾ ਗਰਮੀ ਬੜੀ ਹੈ ਤੇ ਹਰ ਡੰਗਰ ਦੀ ਐਵਰੇਜ ਘਟ ਜਾਂਦੀ ਹੈ। ਠੀਕ ਹੈ। ਜਿੱਦਾਂ ਮੌਸਮ ਅੱਛਾ ਹੈ ਫਿਰ 350 ਪੌਣੇ 409 ਮਣ ਦੇ ਤਕਰੀਬਨ ਪਹੁੰਚ ਜਾਂਦੀਆਂ ਨੇ। ਅੱਛਾ। ਹਾਂਜੀ। ਯਾਨੀ ਕਿ 9 ਮਣ ਤੱਕ ਤੁਹਾਡਾ ਜਿਹੜਾ ਦੁੱਧ ਚਲਾ ਜਾਂਦਾ। ਅੱਛਾ ਇੱਥੇ ਅਲੀਪੁਰ ਚੱਠਾ ਵਿੱਚ ਅਸੀਂ ਇਸ ਟਾਈਮ ਖਲੋਤੇ ਆ, ਇੱਥੇ ਕੀ ਦੁੱਧ ਦਾ ਰੇਟ ਚੱਲਦਾ ਪਿਆ? 80 ਡੇਰੇ ਤੇ ਦੇ ਰਹੇ ਜੇ 94 ਰੁਪਏ। 94 ਰੁਪਏ ਡੇਰੇ ਤੇ ਦਿੰਦੇ ਹੋ? ਹਾਂਜੀ। ਬਾਜ਼ਾਰ ਜਾਂ ਘਰਾਂ 'ਚ ਕੀ ਰੇਟ ਹੈ? ਬਾਜ਼ਾਰ ਘਰਾਂ 'ਚ 100 ਰੁਪਿਆ। ਠੀਕ ਹੈ। ਹਾਂਜੀ। ਤੇ ਰੇਟ ਇੱਥੇ ਦੂਸਰੇ ਸ਼ਹਿਰਾਂ ਨਾਲੋਂ ਥੋੜਾ ਹੋਇਆ ਫਿਰ? ਬਿਲਕੁਲ ਥੋੜਾ ਹੀ ਹੈ। ਕੀ ਵਜ੍ਹਾ ਹੈ ਕਿ ਰੇਟ ਥੋੜਾ ਹੈ? ਬਸ ਬੈਕਵਰਡ ਥੋੜਾ ਜਿਹਾ ਏਰੀਆ। ਅੱਛਾ। ਹਾਂਜੀ। ਤੇ ਦੁੱਧ ਦੀ ਤੁਹਾਡੀ ਖਪਤ ਜਿਹੜੀ ਹੈ ਉਹ ਤੁਸੀਂ ਕਰੀਬੀ ਜਿਹੜੇ ਤੁਹਾਨੂੰ ਸ਼ਹਿਰ ਲੱਗਦੇ ਨੇ ਹਾਫਜ਼ਾਬਾਦ ਜਾਂ ਗੁਜਰਾਂਵਾਲਾ ਉੱਥੇ ਭੇਜਦੇ ਹੋ? ਨਹੀਂ ਸਾਡੇ ਕੋਲ ਚਿਲਰ ਪਿਆ ਤੇ ਉਹ ਉਹਦੇ ਜੀ ਪਾ ਦਿੱਤਾ ਤੇ ਉਹ ਦੋ ਟਾਈਮਾਂ ਤੱਕ ਠਾਕ ਲੈ ਜਾਂਦੇ ਨੇ। ਅੱਛਾ ਚਿਲਰ ਨਾ ਰੱਖਿਆ? ਹਾਂਜੀ। ਚਲੋ ਨਾਜ਼ਰੀਨ ਨੂੰ ਵੀਡੀਓ ਦੇ ਨਾਲ ਚਿਲਰ ਵੀ ਚੈੱਕ ਕਰਾਉਂਦੇ ਆ ਅਸੀਂ। ਅੱਛਾ ਇਹ ਦੱਸੋ ਕਿ ਜਦੋਂ ਅਸੀਂ ਥੋੜਾ ਜਿਹਾ ਮਜ਼ੀਦ ਅੱਗੇ ਜਾਵਾਂਗੇ, ਇਹਨਾਂ ਇਲਾਕਿਆਂ ਤੋਂ ਬਾਹਰ ਨਿਕਲਾਂਗੇ, ਉੱਥੇ ਦੁੱਧ ਦਾ ਰੇਟ ਜ਼ਿਆਦਾ ਹੈ? ਹਾਂਜੀ ਬਿਲਕੁਲ। ਉਹ ਕਿੰਨਾ ਕੁ ਫਰਕ ਹੈ? ਅਲੀਪੁਰ ਦੇ ਨਜ਼ਦੀਕ 100 ਰੁਪਏ 105 ਰੁਪਏ ਵੀ ਹੈ, 10 ਰੁਪਏ ਵੀ 100। ਠੀਕ ਹੈ। ਔਰ ਅਗਰ ਗੁਜਰਾਂਵਾਲਾ ਜਾਈਏ ਉੱਥੇ 130 ਵੀ ਹੈ? ਉੱਥੇ 130 35 ਵੀ ਹੈ। ਤੁਹਾਡਾ ਚੂੰਕਿ ਦੁੱਧ ਦਾ ਰੇਟ ਘੱਟ ਹੈ ਤੇ ਅਖਰਾਜਾਤ ਵੀ ਘੱਟ ਨੇ ਇੱਥੇ? ਨਹੀਂ ਅਖਰਾਜਾਤ ਦਾ ਫਰਕ ਤੇ ਹੈ ਨਾ ਸ਼ਹਿਰ ਨਾਲ, ਤੇ ਇੱਥੇ ਜ਼ਿਆਦਾਤਰ ਸੈਲਜ ਯੂਜ਼ ਕਰਨੇ ਆ। ਸੈਲਜ ਬਣਾਈਦਾ, ਪੱਠੇ ਨਹੀਂ ਪਾਈਦੇ।
ਠੀਕ ਹੈ। ਲੇਕਿਨ ਇਹ ਜਿਹੜਾ ਸਾਰਾ ਏਰੀਆ ਵੇ ਜਿੱਥੇ ਅਸੀਂ ਖਲੋਤੇ ਆ, ਇੱਥੇ ਜ਼ਿਆਦਾਤਰ ਮੱਛਲੀ ਫਾਰਮਿੰਗ ਹੁੰਦੀ ਹੈ। मछली फार्मिंग ते हाँ जी ज्यादातर मछली फार्मिंग है, दूसरा भी मुंजी कनक भी बड़ी है। ਠੀਕ ਹੈ, ਪੱਠਾ ਛੱਠਾ ਵੀ ਮਿਲ ਜਾਂਦਾ ਹੈ। बिल्कुल बेहतरीन। ਤੁਹਾਡੇ ਕੋਲ ਮਾਸ਼ਾਅੱਲਾ ਆਪਣੀ ਜਗ੍ਹਾ ਕਿੰਨੀ ਹੈ ਪੱਠਿਆਂ ਵਾਸਤੇ? साढ़े को 35 एकड़ जे। 35 ਏਕੜ ਯਾਨੀ 35 ਕਿੱਲੇ। हाँ जी। ਤੇ ਇਹਨਾਂ ਦੇ ਪੱਠਿਆਂ ਵਾਸਤੇ ਕਿੰਨੀ ਰਿਜ਼ਰਵ ਕਰ ਛੱਡਦੇ ਹੋ? ਅਸੀਂ ਤਕਰੀਬਨ 35 ਏਕੜ ਵਿੱਚ ਹੀ ਹੁਣ ਮਕਈ ਲਾਈ ਸੀ, ਸੈਲੇਜ ਬਣਾਇਆ ਹੈ। ਅੱਛਾ ਹੁਣ ਬਾਅਦ ਸਾਰੀ ਮੁੰਜੀ ਲਾ ਛੜੀ ਉੱਥੇ। ਅੱਛਾ ਅੱਛਾ। हाँ जी। ਸਾਈਲੇਜ ਦੇ ਬਾਰੇ ਜਰਾ ਸਾਨੂੰ ਕਲੀਅਰ ਕਰਿਓ, ਕਿਉਂਕਿ ਇਹ ਪੂਰਾ ਏਰੀਆ ਅਲੀਪੁਰ ਚੱਠਾ ਵਾਲਾ ਅਸੀਂ ਫਿਰ ਕੇ ਵੀ ਵੇਖਿਆ, ਪਹਿਲੇ ਵੀ ਬਹੁਤ ਸਾਰੀ ਵੀਡੀਓਜ਼ ਬਣਾਈਆਂ ਨੇ। ਇੱਥੇ ਸਾਈਲੇਜ ਇਸਤੇਮਾਲ ਹੁੰਦਾ ਹੈ। ਸਾਈਲੇਜ ਦਾ ਕੀ ਰਿਜ਼ਲਟ ਹੈ? ਸਾਈਲੇਜ ਅੱਜ ਤੋਂ 5 ਸਾਲ ਪਹਿਲੇ ਅਸਾਂ ਇਹ ਤੇ ਸਟਾਰਟ ਕੀਤਾ ਸੀ। ਪਹਿਲੇ ਮੁੱਲ ਖਰੀਦੀਦਾ ਸੀ, ਠੀਕ ਹੈ। ਹੁਣ ਆਪਣਾ ਬਣਾਈ ਤਾਂ ਤਕਰੀਬਨ 3 ਸਾਲ ਹੋ ਗਏ ਨੇ। ਸਹੀ ਹੈ, ਯਾਨੀ ਤੁਸੀਂ ਦਾਵਾ ਕਰਦੇ ਹੋ ਕਿ ਇਸ ਇਲਾਕੇ ਸਭ ਤੋਂ ਪਹਿਲੇ ਸਾਈਲੇਜ ਇਸਤੇਮਾਲ ਕਰਨ ਵਾਲੇ ਤੁਸੀਂ ਹੋ? ਬਿਲਕੁਲ, ਇਸ ਏਰੀਏ ਵਿੱਚ। ਜ਼ਬਰਦਸਤ, ਠੀਕ ਹੋ ਗਿਆ ਜੀ। ਹਾਂਜੀ, ਇੱਕ ਤੇ ਬੰਦਿਆਂ ਦੀ ਬਚਤ ਹੋ ਜਾਂਦੀ ਹੈ, ਅੱਛਾ, ਮਤਲਬ ਖਰਚਾ ਘੱਟ ਹੋ ਜਾਂਦਾ ਹੈ। ਦੂਸਰਾ ਬੰਦੇ ਤੰਗ ਨਹੀਂ ਹੁੰਦੇ, ਨਹੀਂ ਤੇ ਇੰਨੇ ਡੰਗਰਾਂ ਪੱਠੇ ਪਾਉਣ ਵਾਸਤੇ ਬੰਦਿਆਂ ਦੀ ਬੜੀ ਜ਼ਰੂਰਤ ਹੁੰਦੀ ਹੈ, 7-8 ਬੰਦਿਆਂ ਦੀ ਜ਼ਰੂਰਤ ਹੈ। ਠੀਕ ਠੀਕ ਠੀਕ, ਜ਼ਬਰਦਸਤ। ਅੱਛਾ ਅਸਦ ਭਾਈ ਇਹ ਦੱਸੋ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਪਾਇਨੀਅਰ ਇਸ ਇਲਾਕੇ 'ਚ ਸਭ ਤੋਂ ਪਹਿਲੇ ਸਾਈਲੇਜ ਅਸੀਂ ਸਟਾਰਟ ਕੀਤਾ, ਹਾਂਜੀ। ਕੀ ਸੋਚ ਕੇ ਸਟਾਰਟ ਕੀਤਾ, ਕਿੱਥੋਂ ਇਹ ਆਈਡੀਆ ਆਇਆ? ਆਈਡੀਆ ਬਸ ਦੋਸਤਾਂ ਨੇ, ਇੱਕ ਉਹਨਾਂ ਦਾ ਫਾਰਮਿੰਗ ਆਇਆ ਸੀ, ਗਾਵਾਂ ਦਾ ਫਾਰਮ ਸੀ, ਉਹਨਾਂ ਆਖਿਆ ਸੈਲੇਜ ਇਸਤੇਮਾਲ ਕਰੋ। ਉਹਦਾ ਮੁੱਲ ਖਰੀਦ ਕੇ ਲਿਆਂਦਾ ਸੀ। ਫਿਰ ਉਸ ਟਾਈਮ ਸਾਰਾ ਪ੍ਰੋਸੀਜਰ ਡਾਕਟਰ ਕੋ ਪੁੱਛਿਆ, ਉਹਨੇ ਦੱਸਿਆ, ਫਿਰ ਆਪਣਾ ਬਣਾਉਣ ਲੱਗ ਪਏ ਆ। ਤੇ ਆਪਣੀ ਹੁਣ ਮਸ਼ੀਨ ਤੁਹਾਡੀ ਆਪਣੀ ਹੈ? ਨਹੀਂ, ਬਾਹਰ ਦੀ ਹੈ। ਤੁਸੀਂ ਕੀ ਸੋਚ ਕੇ ਫਿਰ ਸਾਈਲੇਜ ਸਟਾਰਟ ਕੀਤਾ? ਸਾਈਲੇਜ ਵੇਖੋ ਨਾ, ਇੱਕ ਤੇ ਬੰਦਿਆਂ ਦੀ ਕਮੀ ਹੋ ਗਈ, ਠੀਕ ਹੈ, ਤੇ ਇੱਕ ਮਤਲਬ ਮੌਸਮ ਹੀ ਖਰਾਬ ਹੋ ਜਾਂਦਾ ਹੈ ਜੀ। ਮੌਸਮ ਵਿੱਚ ਕੋਈ ਪਰੇਸ਼ਾਨੀ ਨਹੀਂ ਹੁੰਦੀ, ਸੈਲੇਜ ਲੈ ਕੇ ਇੱਥੇ ਹੀ ਪਾ ਲੈਂਦੇ ਨੇ। ਤੇ ਇਹਨਾਂ ਨਾਲੇ ਬੰਦਿਆਂ ਦੀ ਬਚਤ ਨਾਲ ਖਰਚਾ ਬੜਾ ਘੱਟ ਹੋ ਜਾਂਦਾ ਹੈ। ਠੀਕ ਹੋ ਗਿਆ। ਨਾਲੇ ਜਾਨਵਰਾਂ ਦੀ ਐਵਰੇਜ ਬੜਾ ਫਰਕ ਪੈ ਜਾਂਦਾ ਸੈਲੇਜ ਤੋਂ। ਨਾਲੇ ਜੇ ਦੂਸਰੀ ਗੱਲ, ਵੰਡੇ ਦੀ ਬੜੀ ਬਚਤ ਹੋ ਜਾਂਦੀ ਹੈ। ਜ਼ਬਰਦਸਤ, ਯਾਨੀ ਵੰਡੇ ਦੀ ਵੀ ਬਚਤ, ਪੱਠੇ ਦੀ ਵੀ ਬਚਤ, ਪੱਠੇ ਦੀ ਬਚਤ, ਔਰ ਲੇਬਰ ਦੀ ਵੀ ਬਚਤ, ਔਰ ਜਾਨਵਰ ਦੀ ਵੀ ਬਚਤ, ਹਾਂਜੀ, ਤੇ ਮਾਲਕ ਦੀ ਵੀ ਬਚਤ। ਮਾਲਕ ਦੀ ਕੀ ਬਾਤ ਹੈ। ਅੱਛਾ ਇਹ ਦੱਸੋ ਕਿ ਕਹਿੰਦੇ ਨੇ ਕਿ ਸਾਈਲੇਜ ਅਗਰ ਬਹੁਤ ਜ਼ਿਆਦਾ ਇਹਨਾਂ ਨੂੰ ਇਸਤੇਮਾਲ ਕਰਵਾਈਏ ਤੇ ਹੀਟ ਵਿੱਚ ਆ ਜਾਂਦੀਆਂ ਨੇ ਜਾਂ ਕੁਝ ਬਿਮਾਰੀਆਂ ਲੱਗ ਜਾਂਦੀਆਂ ਨੇ, ਕੀ ਕਹੋਗੇ? ਉਹ ਨਾਲ ਮਤਲਬ ਵੇਖੋ ਨਾ, ਕੋਈ ਬੰਦੇ ਹਾਲੀ ਸੈਲੇਜ ਪਾਉਂਦੇ ਨੇ ਜੀ, ਅੰਦਰ ਅਸੀਂ ਨਮਕ ਮਿਲਾ ਕੇ ਪਾਈਦਾ। ਜਿਸ ਟਾਈਮ ਦੱਬ ਦੇ ਜੋ ਟਾਈਮ ਸੋਡਾ ਤੇ ਨਮਕ ਵਿੱਚ ਮਿਲਾਈਦਾ ਇਹਦੇ। ਉਹਦਾ ਕੀ ਫਾਇਦਾ ਹੁੰਦਾ? ਉਹਦੇ ਨਾਲ ਡੰਗਰ ਦਾ ਹਾਜ਼ਮਾ ਸੈੱਟ ਰਹਿੰਦਾ, ਮਿਹਦਾ ਠੀਕ ਰਹਿੰਦਾ। ਠੀਕ ਹੈ, ਔਰ ਤੇ ਉਹਦੇ ਨਾਲ ਫਿਰ ਕੋਈ ਨੁਕਸਾਨ ਨਹੀਂ ਹੁੰਦਾ, ਜਾਨਵਰ ਬਿਮਾਰ ਨਹੀਂ ਹੁੰਦੇ। ਹਾਂਜੀ। ਤੇ ਨਾਲ ਕੋਈ ਇਹਨਾਂ ਨੂੰ ਮਸਾਲੇ ਮਸੂਲੇ ਵੀ ਦਿੰਦੇ ਹੋ, ਕੋਈ ਦਵਾਈਆਂ ਵੀ? ਮਸਾਲਾ ਤੇਲ ਦੇਈਦਾ ਹਰ ਹਫਤੇ ਬਾਅਦ। ਠੀਕ ਹੈ। ਹਾਂਜੀ। ਸਾਈਲੇਜ ਵੈਸੇ ਗ਼ਜ਼ਾਈਅਤ ਦੇ ਲਿਹਾਜ਼ ਨਾਲ ਭਰਪੂਰ ਹੈ, ਬਿਹਤਰੀਨ, ਸਭ ਤੋਂ ਬਿਹਤਰੀਨ। ਠੀਕ ਹੋ ਗਿਆ। ਤੇ ਦੁੱਧ ਦੀ ਪ੍ਰੋਡਕਸ਼ਨ ਵੀ ਵੱਧਦੀ ਹੈ? ਹਾਂ। ਅੱਛਾ ਅਸਦ ਭਾਈ, ਦੁੱਧ ਦਾ ਕਿੰਨਾ ਕੁ ਫਰਕ ਪੈ ਜਾਂਦਾ, ਕਿੰਨੀ ਕੁ ਪੈਦਾਵਾਰ 'ਚ ਫਰਕ ਪੈ ਜਾਂਦਾ? ਦੁੱਧ ਜਿਸ ਟਾਈਮ ਪਹਿਲੇ ਵਿੱਚ ਕਰ ਸੈਲੇਜ ਅਸਾਂ ਛੱਡ ਦਿੱਤਾ ਸੀ ਗਰਮੀ ਦੀ ਵਜ੍ਹਾ ਤੋਂ, ਪੱਠੇ ਪਾਈ ਦੇ ਸਨ, ਤੇ ਦੁੱਧ ਦੀ ਐਵਰੇਜ ਤਕਰੀਬਨ 20-30 ਕਿਲੋ ਦਾ ਫਰਕ ਪੈ ਗਿਆ ਸੀ ਇੱਕ ਦਿਨ ਦਾ। ਅੱਛਾ। ਸੈਲੇਜ ਫਿਰ ਸ਼ੁਰੂ ਕੀਤਾ ਤੇ ਫਿਰ ਐਵਰੇਜ ਠੀਕ ਹੋ ਗਈ ਹੈ। ਜ਼ਬਰਦਸਤ। ਤੇ ਜਾਨਵਰ ਇਹਦੇ ਨਾਲ ਖੁਸ਼ ਰਹਿੰਦਾ, ਬੜਾ ਖੁਸ਼ ਹੋ ਕੇ ਖਾਂਦਾ। ਕੁਝ ਲੋਕ ਕਹਿੰਦੇ ਨੇ ਕਿ ਸਾਈਲੇਜ ਦੇ ਨਾਲ ਅਸੀਂ ਹਰਾ ਚਾਰਾ ਜਾਂ ਸੁੱਕਾ ਚਾਰਾ ਵੀ ਪਾਉਂਦੇ ਆ, ਤੁਹਾਡਾ ਕੀ ਖਿਆਲ ਹੈ? ਉਹ ਮਤਲਬ ਖਰਚੇ ਦੀ ਕਮੀ ਕਰਦੇ ਨਾ ਜਿਹੜੇ ਬੰਦੇ ਪਾਉਂਦੇ ਨੇ ਹਰਾ ਚਾਰਾ, ਯਾਨੀ ਅਗਰ ਹਾਲੀ ਸਾਈਲੇਜ ਵੀ ਪਾਇਆ ਜਾਏ ਤੇ ਬਿਹਤਰੀਨ। ਨਮਕ ਸੋਡਾ ਜਿਸ ਤਰ੍ਹਾਂ ਤੁਹਾਨੂੰ ਦੱਸਿਆ, ਨਮਕ ਤੇ ਸੋਡੇ ਦੀ ਕਿੰਨੀ ਕਿੰਨੀ ਮਿਕਦਾਰ ਰੱਖਦੇ ਹੋ ਪਰ ਅਗਰ ਮਣ ਹਿਸਾਬ ਲਾਈਏ ਤੇ? ਉਹ ਤਕਰੀਬਨ ਹੋਵੇ 5 ਕਿੱਲੇ ਜੀ, ਤੇ 40 ਕਿਲੋ ਨਮਕ ਪਾ ਦੀਦਾ। ਠੀਕ ਹੈ। 20 ਕਿਲੋ ਸੋਡਾ ਪਾ ਛੜੀਦਾ। ਸਹੀ ਹੈ। ਇਹ ਪਹਿਲੇ ਪਹਾੜ ਦੇ ਉਹਦੇ? ਹਾਂਜੀ, ਜਿਸ ਟਾਈਮ ਦੱਬ ਦੇ ਦੀ ਉੱਤੇ ਟਰੈਕਟਰ ਨਾਲ। ਠੀਕ ਹੈ। ਹਾਂਜੀ। ਤੇ ਜੋ ਤੁਸੀਂ ਮੁੱਲ ਲੈਂਦੇ ਹੋ ਉਦੋਂ ਕੀ ਰੇਟ ਹੀ ਔਰ ਆਪਣੇ ਬਣਾਉਣ ਵਿੱਚ ਕੀ ਫਰਕ ਆਇਆ ਸਾਈਲੇਜ? ਉਦੋਂ ਦੇ 410-15 ਰੁਪਏ ਸਾਨੂੰ ਪਹੁੰਚ ਮਿਲਦੀ ਸੀ ਇੱਥੇ। ਠੀਕ ਹੈ। ਹੁਣ ਤਕਰੀਬਨ 250 ਇੱਥੋਂ ਤੱਕ ਐਵਰੇਜ ਆ ਰਹੀ ਹੈ ਰੇਟ ਦੀ, ਮਨ ਦੀ। ਸਹੀ ਹੈ। ਹਾਂਜੀ। ਔਰ ਬਣਾਉਂਦੇ ਵੀ ਤੁਸੀਂ ਕੁਆਲਿਟੀ ਵਾਲਾ ਆਪਣੀ ਮਰਜ਼ੀ ਨਾਲ? ਆਪਣੀ ਮਰਜ਼ੀ ਵਾਲਾ, ਬਿਹਤਰੀਨ। ਠੀਕ ਹੋ ਗਿਆ। ਇਹ ਤੇ ਹੋ ਗਈ ਸਾਈਲੇਜ ਦੀ ਗੱਲ, ਔਰ ਉਮੀਦ ਹੈ ਕਿ ਸਾਡੇ ਨਾਜ਼ਰੀਨ ਨੂੰ ਸਾਈਲੇਜ ਦੇ ਹਵਾਲੇ ਨਾਲ ਸਮਝ ਆ ਗਈ ਹੋਵੇਗੀ। ਤੇ ਜਿਹੜੇ ਲੋਕ ਪੱਠਿਆਂ ਤੇ ਗੁਜ਼ਾਰਾ ਕਰਦੇ ਨੇ, ਸਾਈਲੇਜ ਵੱਲ ਨਹੀਂ ਆਉਂਦੇ, ਉਹ ਅਸਦ ਬਾਈ ਦੀ ਗੱਲ ਸੁਣ ਕੇ ਤੇ ਆਪਣਾ ਨੁਕਸਾਨ ਨਾ ਕਰੋ, ਆਪਣੇ ਨੁਕਸਾਨ ਤੋਂ ਬਚੋ, ਸਾਈਲੇਜ ਪਾਓ ਔਰ ਸਹੀ ਤਰੀਕੇ ਨਾਲ ਪਾਓ ਔਰ ਪੈਦਾਵਾਰ ਵਧਾਓ। ਅੱਛਾ ਅਸਦ ਬਾਈ, ਇਹ ਦੱਸੋ ਕਿ ਇਸ ਟਾਈਮ ਤੁਹਾਡੇ ਡੇਰੇ ਤੇ ਜਿਹੜੀ ਜਗ੍ਹਾ ਵੇ ਕਵਰਡ, ਜਿਸ ਤਰ੍ਹਾਂ ਇਹ ਸਾਨੂੰ ਬਰਾਂਡਾ ਨਜ਼ਰ ਆ ਰਿਹਾ, ਇੱਕ ਉਹ ਸਾਹਮਣੇ ਵੀ ਸਾਨੂੰ ਸ਼ੈੱਡ ਨਜ਼ਰ ਆ ਰਿਹਾ, ਜਿਹੜੀ ਇਹ ਕਵਰਡ ਜਗ੍ਹਾ ਵੇ ਇਹ ਕਿੰਨੀ ਹੈ? 1 ਏਕੜ ਜੀ ਸਾਰੀ। ਉਹ ਤੁਸੀਂ ਦੂਸਰੀ ਹਵੇਲੀ ਵੇਖੀ ਹੈ? ਠੀਕ ਹੈ। ਉਹ ਜਿਹੜਾ ਬਾਹਰ ਤੁਸੀਂ ਬਣਾਇਆ ਉਹ ਜਿੱਥੇ ਦਰਖਤ ਲੱਗੇ ਨੇ, ਉਹ ਜਾਨਵਰ ਕੱਚਾ ਬਣਾਇਆ ਤੇ ਸਾਰਾ ਸੋਲੰਗ ਵਾਲਾ। ਠੀਕ ਹੈ। ਇੱਥੇ ਥੱਲੇ ਜਿਹੜਾ ਨਾ ਉਹ ਇੱਟਾਂ ਲੱਗੀਆਂ ਨੇ? ਹਾਂਜੀ। ਜ਼ਬਰਦਸਤ। ਔਰ ਉਹ ਜਿਹੜੀ ਜਗ੍ਹਾ ਵੇ ਉਹ ਓਪਨ ਰੱਖੀ ਹੈ ਤੁਸੀਂ? ਉੱਥੇ ਕਿੰਨੀ ਦੇਰ ਡੰਗਰ ਰੱਖਦੇ ਹੋ, ਇੱਥੇ ਕਿੰਨੀ ਦੇਰ ਰੱਖਦੇ ਹੋ? ਇੱਥੇ ਬਾਹਰ ਜੇ ਟਾਈਮ ਚੁਵਾਈ ਕਰੀ, ਜੇ ਟਾਈਮ ਜਾਨਵਰ ਨੂੰ ਚੋਣਾ ਹੋਏ ਉਸ ਟਾਈਮ ਬੰਨੀ, ਤੇ ਬਾਕੀ ਸਾਰਾ ਦਿਨ ਖੁੱਲਾ ਰਹਿੰਦਾ ਹੈ।
ਠੀਕ ਹੈ। ਤੇ ਜਿਹੜੀ ਤੁਹਾਂ ਛੱਤੀ ਹੈ ਜਗ੍ਹਾ ਉਹ ਕਿੰਨੀ ਕਿੰਨੀ ਹੈ, ਮਤਲਬ ਉਹ ਢਾਰਾ ਕਿੰਨਾ ਤੇ ਲੰਬਾਈ ਚੌੜਾਈ ਹੈ ਕਿੰਨਾ ਢਾਰਾ ਲੰਬਾਈ ਚੌੜਾਈ? ਇਹ ਕਨਾਲ ਹੈ ਵੇ। ਠੀਕ ਹੈ। ਹਾਂਜੀ ਇਹਨੇ ਅਗਰ ਦਾ ਡਾਇਮੀਟਰ ਵੇਖੀਏ ਤਾਂ ਕਨਾਲ ਇੱਕ ਬਣ ਜਾਂਦਾ। ਹਾਂਜੀ ਸਾਰੇ ਡੰਗਰ ਪੂਰੇ ਆ ਜਾਂਦੇ ਨੇ? ਬਿਲਕੁਲ ਆ ਜਾਂਦੇ ਨੇ। ਸਰਦੀਆਂ ਗਰਮੀਆਂ ਈਜ਼ੀ ਹੈ? ਇਹਨਾਂ ਜ਼ਰੂਰਤ ਨਹੀਂ, ਬੋੜਾਂ ਦੇ ਥੱਲੇ ਟੁਰ ਜਾਂਦੇ ਨੇ। ਅੱਛਾ, ਸਰਦੀਆਂ 'ਚ? ਹਾਂਜੀ ਇਹਨਾਂ ਜ਼ਰੂਰਤ ਹੀ ਨਹੀਂ ਪੈਂਦੀ ਆ ਬੰਨਣ ਦੀ ਅੰਦਰ। ਅੱਛਾ। ਹਾਂਜੀ ਤੇ ਗਰਮੀਆਂ ਵਿੱਚ ਵੀ ਉਹ ਓਪਨ ਹੀ ਹੈ ਜ਼ਿਆਦਾ? ਗਰਮੀਆਂ 'ਚ ਤੁਹਾਨੂੰ ਪਤਾ ਉਹ ਤਲਾਬ ਵੀ ਤੁਸੀਂ ਵਹਾਇਆ ਇਹਨਾਂ ਨੂੰ ਜੀ ਜੀ ਨਾਜ਼ਰੀਨ ਨੂੰ, ਠੀਕ ਹੈ। ਤੇ ਉਥੋਂ ਨਿਕਲ ਪਾਣੀ ਤੋਂ ਛਾਂ ਵਿੱਚ ਚਲੇ ਜਾਂਦੇ ਨੇ। ਉਹ ਆਪਣੀ ਉੱਥੇ ਤੁਸੀਂ ਖੁੱਲੇ ਰੱਖਦੇ ਹੋ? ਹਾਂਜੀ ਬਸ ਸਵੇਰ 1 ਘੰਟਾ ਬਣੀ ਤੇ ਸ਼ਾਮ ਟਾਈਮ 1 ਘੰਟਾ ਬਣੀ ਦਾ, ਚੁਆਈ ਟਾਈਮ ਬਸ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ ਇਹ ਦੱਸੋ ਕਿ ਤੁਸੀਂ ਕਿਹਾ ਕਿ ਇਹਨਾਂ ਨੂੰ ਅਸੀਂ ਖੁੱਲਾ ਰੱਖਨੇ ਆ, ਖੁੱਲੇ ਰੱਖਣ ਨਾਲ ਜਾਨਵਰ ਦੀ ਪ੍ਰੋਡਕਸ਼ਨ ਦੁੱਧ ਦੀ ਵੱਧ ਜਾਂਦੀ ਹੈ? ਬਹੁਤ ਜ਼ਿਆਦਾ ਫਰਕ ਪੈ ਰਿਹਾ ਜਾਨਵਰ ਦਾ। ਅੱਛਾ। ਹਾਂਜੀ ਜਿਹਨੂੰ ਬੰਨ ਛੱਡਣਾ ਹੈ ਉਹਦੇ ਉਹਨੂੰ, ਉਹ ਅਗਰ 10 ਕਿਲੋ ਦਿੰਦੀ ਹੈ ਤੇ ਖੁੱਲਾ ਕਿੰਨਾ ਦੇਗੀ? ਉਹ ਸਮਝੋ ਪਾਣੀ ਖੁੱਲਾ ਪੀਣਾ ਉਹਨੇ, ਪਾਣੀ ਜਿਸ ਟਾਈਮ ਸੈਲੇਜ ਖਾਣਾ ਹੈ ਤੇ ਪਾਣੀ ਉਹਨੂੰ ਜ਼ਿਆਦਾ ਤਲਬ ਹੁੰਦੀ ਹੈ। ਠੀਕ ਹੈ। ਪਾਣੀ ਜਿਸ ਟਾਈਮ ਜ਼ਿਆਦਾ ਪੀਣਾ ਤੇ ਐਵਰੇਜ ਦਾ ਫਰਕ ਪੈ ਜਾਂਦਾ, 1-2 ਕਿਲੋ ਦਾ ਫਰਕ ਪੈ ਜਾਂਦਾ। ਜ਼ਬਰਦਸਤ ਜ਼ਬਰਦਸਤ।